ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਕਾਮਣ ਤਉ ਸ਼ਿੰਗਾਰ ਕਰ, ਜਾਂ ਪਹਿਲਾਂ ਕੰਤ ਮਨਾਏ। ਕਾਮਣ ਤਉ ਸ਼ਿੰਗਾਰ ਕਰ, ਜਾਂ ਪਹਿਲਾਂ ਕੰਤ ਮਨਾਏ। ਮਤ ਸੇਜੈ ਕੰਤ ਨ ਆਵਈ, ਇਵੇਂ ਬਿਰਥਾ ਜਾਏ। ਕਾਮਣ ਪਿਰ ਮਨ ਮਾਨਿਆ, ਤਉ ਬਣਿਆ ਸ਼ਿੰਗਾਰ। ਕੀਆ ਤਉ ਪਰਵਾਨ ਹੈ, ਜਾਂ ਸ਼ਉ ਧਰੇ ਪਿਆਰ। ਪਉ ਸ਼ਿੰਗਾਰ ਤੰਬੋਲ ਰਸ, ਭੋਜਨ ਪਾਉ ਕਰੇ। ਤਨ ਮਨ ਸੌਂਪੇ ਕੰਤ ਕੋ, ਤਉ ਨਾਨਕ ਭੋਗ ਕਰੇ। ਮਹਲਾ ਤੀਜਾ। ਕਾਜਲ ਫੂਲ ਤੰਬੋਲ ਰਸ, ਲੈ ਤਨ ਕੀਆ ਸ਼ਿੰਗਾਰ। ਸੇਜੈ ਕੰਤ ਨਹਾਇਓ, ਇਵੇਂ ਭਇਆ ਵਿਕਾਰ। ਮਹਲਾ ਤੀਜਾ। ਧਨ ਪਿਰ ਇਹ ਨਾ ਆਖੀਐਨ, ਬਹਿਨ ਇਕੱਠੇ ਹੋਏ। ਏਕ ਜੋਤ ਦੁਇ ਮੂਰਤੀ, ਧਨ ਪਿਰ ਕਹੀਐ ਸੋਏ। ਪੌੜੀ। ਪਹਿ ਬਿਨ ਭਗਤ ਨ ਹੋਵਈ, ਨਾਮ ਨ ਲਗੈ ਪਿਆਰ। ਸਤਿਗੁਰ ਮਿਲਿਐ ਪਉ ਉਪਜੈ, ਪਹਿ ਪਾਏ ਰੰਗ ਸਵਾਰ। ਤਨ ਮਨ ਰਤਾ ਰੰਗ ਸਿਉ, ਹਉ ਮੈਂ ਤ੍ਰਿਸ਼ਨਾ ਮਾਰ। ਮਨ ਤਨ ਨਿਰਮਲ ਅਤਿ ਸੋਹਣਾ, ਭੇਟਿਆ ਕ੍ਰਿਸ਼ਨ ਮੁਰਾਰ। ਭਉ ਭਉ ਸਭ ਤਿਸ ਦਾ, ਸੋ ਸਚ ਵਰਤੈ ਸੰਸਾਰ। ਮਨ ਤਨ ਨਿਰਮਲ ਅਤਿ ਸੋਹਣਾ, ਭੇਟਿਆ ਕ੍ਰਿਸ਼ਨ ਮੁਰਾਰ। ਭਉ ਭਉ ਸਭ ਤਿਸ ਦਾ, ਸੋ ਸਚ ਵਰਤੈ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ।
ਗੁਰੂ ਪਾਤਸ਼ਾਹ ਜੀ ਦੀ ਅਪਾਰ ਅਜ਼ੀਮ ਬਖਸ਼ਿਸ਼ ਸ਼ਾਮ ਸਮੇਂ ਅਸੀਂ ਸਤਸੰਗਤ ਦੇ ਪਲ ਪ੍ਰਾਪਤ ਕੀਤੇ ਨੇ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਮਾਣ ਰਹੇ ਸੀ। ਹੁਣ ਸਮਾਂ ਗੁਰੂ ਸ਼ਬਦ ਵਿਆਖਿਆ ਦਾ ਹੈ, ਜਿਸ ਅੰਦਰ ਸੂਹੀ ਕੀ ਵਾਰ ਮਹਲ ਤੀਜੇ ਕੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਰਿਤ ਕੀਤਾ ਹੋਇਆ ਪਾਵਨ ਸੰਦੇਸ਼ ਸਾਨੂੰ ਪ੍ਰਾਪਤ ਹੈ। ਬੀਤੇ ਕੱਲ ਇਸ ਸਮੁੱਚੇ ਪੈਕੇਜ ਵਿੱਚੋਂ ਜੋ ਪਹਿਲਾ ਸ਼ਲੋਕ ਸੀਗਾ ਉਹਦੀ ਵਿਚਾਰ ਅਸੀਂ ਪ੍ਰਾਰੰਭ ਕੀਤੀ ਸੀ। ਉਸੇ ਵਿਚਾਰ ਨੂੰ ਅੱਜ ਅਸੀਂ ਅੱਗੇ ਤੋਰਾਂਗੇ ਜਿੱਥੇ ਅਸੀਂ ਬੀਤੇ ਕੱਲ ਪੌਜ਼ ਕੀਤਾ ਸੀਗਾ। ਟੁਡੇ we will continue from that pause। ਸੋ ਜੋ ਬਾਤ ਹੋ ਰਹੀ ਸੀਗੀ ਕਿ ਸ਼ਲੋਕ ਮਹੱਲਾ ਤੀਜਾ, ਕਾਮਣ ਤਉ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ। ਧਰਮ ਦੇ ਖੇਤਰ ਦੇ ਵਿੱਚ ਸਿੱਧੀ ਬਾਤ ਪਾਉਂਦੇ ਹਾਂ, ਬਿਕੋਜ਼ ਮੈਟਾਫੋਰਿਕ ਤੌਰ 'ਤੇ ਅਸੀਂ ਬੜੀ ਡਿਟੇਲਡ ਬਾਤ ਕੀਤੀ। ਅੱਜ ਥੋੜ੍ਹੀ ਬਾਤ ਕਰਾਂਗੇ ਅੱਗੇ ਜਾ ਕੇ, ਬਟ ਲੈਟਸ ਕਮ ਟੂਵਰਡ ਦਾ ਰੀਅਲ ਮੈਸੇਜ ਵਿਚ ਇਜ਼ ਕਮਿੰਗ ਬਾਈ ਯੂਜ਼ਿੰਗ ਦਿਸ ਮੈਟਾਫੋਰ। ਸੱਚ ਐਜ਼ ਜਿਵੇਂ ਬਹੁਤ ਸਬਰੀ ਗੱਲ ਹੁੰਦੀ ਹੈ, ਬਾਬਾ ਜੀ ਕਿਤੇ ਕਹਿੰਦੇ ਕਿ ਕਾਚਾ ਤਨ ਸੰਚੈ ਮੂਰਖ ਗਵਾਰ। ਜਿਹੜੇ ਮੂਰਖ ਲੋਕ ਨੇ ਉਹ ਕੱਚ ਦਾ ਧਨ ਸਿਰਜਦੇ ਨੇ, ਅਤੇ ਫਿਰ ਧਨ ਦੇ ਧਾਨਿਆਂ ਕੀ ਸੱਚਾ ਅਤੇ ਕੀ ਕੱਚਾ। ਐਕਚੁਅਲੀ ਇਹਦੇ 'ਚ ਰੋਕੜ ਦੀ ਜਾਂ ਡਾਇਰੈਕਟ ਕਰੰਸੀ ਦੀ ਗੱਲ ਨਹੀਂ ਹੋ ਰਹੀ। ਗੱਲ ਇਹ ਹੈ ਜੋ ਸਮੁੱਚੇ ਜੀਵਨ ਦੇ ਵਿੱਚ ਜੋ ਅਸੀਂ ਕਮਾਉਂਦੇ ਹਾਂ ਆਪਣੇ ਅਮਲਾਂ ਦੇ ਜ਼ਰੀਏ, ਆਪਣੇ ਕਿਰਦਾਰ ਦੇ ਜ਼ਰੀਏ, ਉਹ ਸਾਰਾ ਸਾਡੇ ਜੀਵਨ 'ਤੇ ਕੀ ਪ੍ਰਭਾਵ ਪਾਉਂਦਾ ਹੈ। ਸਚਿਆਰ ਹੋਣ ਦਾ ਜਾਂ ਕੂੜ ਅਤੇ ਕਚਿਆਰ ਹੋਣ ਦਾ, ਉਹਦੀ ਗੱਲ ਹੋ ਰਹੀ ਉਹਦੇ ਵਿੱਚ। ਐਗਜ਼ੈਕਟਲੀ ਹੋਰ ਬਹੁਤ ਸਾਰੇ ਸ਼ਬਦ ਨੇ। ਗੁੜ ਕਰ ਗਿਆਨ ਧਿਆਨ ਕਰ ਦਾਵੈ ਕਰ ਕਰਨੀ ਕਸਪਾਈ ਹੈ, ਪਾਠੀ ਪਾਓ ਪ੍ਰੇਮ ਕਾ ਪੋਚਾ ਇਤਰਸ ਅਮਿਓ ਚੁਆਈ ਹੈ। ਹੁਣ ਸਾਰੀ ਕਿਰਿਆ ਜੋ ਗੁੜ ਆ, ਸ਼ੂਗਰੀ ਸਟੱਫ ਆ, ਉਹਨੂੰ ਡਿਸਟਿਲਰੀ ਕਰਨ ਦੀ ਹੈ, ਅਰਕ ਕੱਢਣ ਦੀ, ਉਹਦੀ ਸ਼ਰਾਬ ਕੱਢਣ ਦੀ। ਪਰ ਇਸ ਐਗਜ਼ਾਮਪਲ ਨੂੰ ਗੁਰੂ ਬਾਬਾ ਜੀ ਸਾਨੂੰ ਸਪਿਰਿਚੁਅਲ ਸਾਈਡ 'ਤੇ ਮੈਸੇਜ ਦਿੰਦੇ ਵੀ ਜਿਵੇਂ ਗੁੜ ਪਾ ਕੇ ਉਹਦੀ ਲਾਹਣ ਬਣਦੀ ਹੈ। ਗੁੜ ਕਰ ਗਿਆਨ, ਜੇ ਤੇਰੀ ਸੁਰਤ ਵਿੱਚ ਇਸੇ ਤਰੀਕੇ ਨਾਲ ਗਿਆਨ ਪਏਗਾ, ਯੂ ਨੋ ਪੀਪਲ ਹੂ ਆਰ ਫੈਮਿਲੀਅਰ ਵਿਦ ਦੈਟ ਪ੍ਰੋਸੈਸ, ਜਿਹੜਾ ਉਹ ਸ਼ਰਾਬ ਕੱਢਣ ਦਾ ਹੈ, ਉਹਨਾਂ ਨੂੰ ਪਤਾ ਹੈ ਵੀ ਜਦੋਂ ਗੁੜ ਪਾ ਦਿੱਤਾ ਜਾਂਦਾ ਤਾਂ ਰਾਈਟ ਵੇ ਉਹਦੇ ਵਿੱਚੋਂ ਸ਼ਰਾਬ ਨਹੀਂ ਨਿਕਲਦੀ। ਉਸ ਤੋਂ ਬਾਅਦ ਵੇਟ ਕਰਨੀ ਪੈਂਦੀ ਹੈ, ਉਹਦੇ 'ਚ ਬੈਕਟੀਰੀਆ ਜਨਰੇਟ ਹੁੰਦਾ ਹੈ, ਫਿਰ ਹੌਲੀ ਹੌਲੀ ਕਰਕੇ ਉਸ ਲੈਵਲ 'ਤੇ ਆਉਂਦਾ ਜਿੱਥੇ ਜਾ ਕੇ ਉਹ ਜਿਹੜਾ ਤੱਤ ਆ ਉਹਦਾ ਉਹ ਐਥਨਲ ਕੈਮੀਕਲ ਵਿੱਚ ਕਨਵਰਟ ਹੋ ਜਾਂਦਾ ਹੈ ਸ਼ੂਗਰ ਤੋਂ। ਸੋ ਐਗਜ਼ੈਕਟਲੀ ਜਿਹੜਾ ਗਿਆਨ ਆ, ਰਾਤੀ ਪੜ੍ਹਿਆ ਅਤੇ ਸਵੇਰੇ ਬੰਦਾ ਗਿਆਨੀ ਬਣ ਗਿਆ, ਐਸਾ ਨਹੀਂ ਹੁੰਦਾ। ਇਹ ਤਾਂ ਪ੍ਰੋਸੈਸ ਹੁੰਦਾ ਆ। ਉਮਰਾਂ ਲੰਘ ਜਾਂਦੀਆਂ ਲੋਕਾਂ ਦੀਆਂ, ਕਿਤਾਬਾਂ ਫੋਲਦੇ ਹਾਂ, ਅੱਖਰਾਂ ਨੂੰ ਕੁਰੇਦਦੇ ਹਾਂ, ਉਕੇਰਦੇ ਹਾਂ, ਫਿਰ ਜਾ ਕੇ ਕਿਤੇ ਬਾਤ ਜ਼ਹਿਨੀ ਤੌਰ 'ਤੇ ਇੰਟਲੈਕਟ ਦੀ ਪਕੜ 'ਚ ਆਉਂਦੀ ਹੈ। ਫਿਰ ਜਾ ਕੇ ਬੰਦੇ ਨੂੰ ਪਤਾ ਲੱਗਦਾ ਹੈ, ਉਹ ਮੈਨੂੰ ਆਹ ਮੈਸੇਜ ਮਿਲ ਰਿਹਾ ਸੀ ਉਦੋਂ, ਆਹ ਸੀਗਾ ਸੰਦੇਸ਼ ਦੇ ਪਿੱਛੇ। ਸੋ ਗੁਰੂ ਬਾਬਾ ਜੀ ਮੈਟਾਫੋਰ ਨੂੰ ਇਸ ਤਰੀਕੇ ਨਾਲ ਯੂਜ਼ ਕਰਦੇ। ਇਸੇ ਲਈ ਦੇਖੋ, ਗੁਰੂ ਗ੍ਰੰਥ ਸਾਹਿਬ ਦੇ ਆਗੋਸ਼ 'ਚ ਬੈਠੇ ਹੋ ਜਾਂ ਉਸੀ ਆਗੋਸ਼ ਵਿੱਚੋਂ ਵਿਚਾਰ ਸੁਣ ਰਹੇ ਹੋ। ਗੁਰੂ ਮਹਾਰਾਜ ਨੇ ਕਿਹਾ, ਸਿੱਖ ਜੀ ਇੱਕ ਜੀਵਨ ਦਾ ਹਿੱਸਾ ਬਣਾ ਲੈ ਪੱਕਾ, ਕਿ ਸੱਤੀ ਪਹਿਰੀ ਸਤ ਭਲਾ ਬਹੀਐ ਪੜ੍ਹਿਆਂ ਪਾਸ। ਜਿਤਨਾ ਵੱਧ ਤੋਂ ਵੱਧ ਹੋ ਸਕੇ ਉਹਨਾਂ ਕੋਲ ਬੈਠ ਜਿਨ੍ਹਾਂ ਨੂੰ ਕੋਈ ਜ਼ਿੰਦਗੀ ਦੀ ਸਮਝ ਹੈ, ਜਿਨ੍ਹਾਂ ਨੇ ਕੁਝ ਜੀਵਨ ਦਾ ਅੱਖਰ ਪੜ੍ਹਿਆ ਆ। ਜਿਹੜੇ ਲੋਕ ਜੀਵਨ ਨੂੰ, ਜੀਵਨ ਦੀ ਕਿਤਾਬਾਂ ਨੂੰ ਕੁਝ ਜਾਣਦੇ ਨੇ, ਇਹਦੀ ਗੱਲ ਹੋ ਰਹੀ ਇਹਦੇ ਵਿੱਚ, ਜਿਨ੍ਹਾਂ ਨੇ ਅੱਖਰ ਪੜ੍ਹਿਆ ਆ। ਅਦਰਵਾਈਜ਼ ਬੰਦਾ ਕਹਿੰਦਾ ਕਿ ਐਜ਼ ਏ ਹਿਊਮਨ ਅਸੀਂ ਸਾਰੀਆਂ ਪ੍ਰੋਬਲਮ ਸੋਲਵ ਕਰਦੇ ਹਾਂ। ਬੰਦੇ ਦਾ ਜਿਉਣਾ ਹੀ ਜਦੋਂ ਪ੍ਰੋਬਲਮ ਹੋ ਜਾਏ। Nowadays people are carrying lots of misery and they are not able to
solve their own miserable situations. What are they complaining? It's hard to live. ਜ਼ਿੰਦਗੀ ਘਟਤ ਹੋ ਰਹੀ ਹੈ, ਬੰਦੇ ਨੂੰ ਉਹਨੂੰ ਹੀ ਅਮਾਉਣਾ ਸਮਾਉਣਾ ਔਖਾ ਹੋ ਗਿਆ ਹੈ। ਇੱਥੋਂ ਪਤਾ ਲੱਗਦਾ ਕਿ ਬੰਦੇ ਨੂੰ ਇੰਨੀ ਵੀ ਸਮਝ ਨਹੀਂ ਰਹਿ ਗਈ। ਤੇ ਇਹ ਕੁਛ 1 2 4 ਦੀ ਗੱਲ ਨਹੀਂ ਹੈ, ਜਿਹਨੂੰ ਅੱਜ ਕੱਲ੍ਹ ਅਸੀਂ ਮੈਂਟਲ ਹੈਲਥ ਦੇ ਨਾਂ ਹੇਠ ਲਿਆ ਕੇ ਆਉਂਦੇ ਹਾਂ। ਮੈਂਟਲ ਹੈਲਥ ਸਾਰੀ ਇਹ ਹੈ। ਫਿਜ਼ੀਕਲੀ ਕੋਈ ਪ੍ਰੋਬਲਮ ਨਹੀਂ ਹੈ, ਫਾਈਨੈਂਸ਼ੀਅਲੀ ਪ੍ਰੋਬਲਮ ਨਹੀਂ ਹੈ, ਸੋਸ਼ਲ ਪ੍ਰੋਬਲਮ ਨਹੀਂ ਹੈ, ਜਾਂ ਉਸ ਲੈਵਲ 'ਤੇ ਨਹੀਂ ਹੈ। ਬੰਦੇ ਦੇ ਮਾਈਂਡ ਵਿੱਚੋਂ ਜੋ ਰਾਵਾਂ ਆ ਰਹੀਆਂ ਨੇ, ਉਹਦੇ ਕਰਕੇ ਉਹ ਚੀਜ਼ਾਂ ਉਹਨੂੰ ਪ੍ਰੋਬਲਮ ਲੱਗ ਰਹੀਆਂ ਨੇ। ਸੋ ਇਹਦਾ ਮਤਲਬ ਇਹ ਹੈ ਬੰਦਾ ਮੈਂਟਲੀ ਜਿਹੜਾ ਆ ਉਹ ਹੈਲਥੀ ਨਹੀਂ ਰਹਿ ਗਿਆ। ਤੇ ਇੱਥੇ ਜਾ ਕੇ ਕੀ ਕਵਾਂਗੇ, ਐਕਚੁਅਲ ਲੈਵਲ 'ਤੇ ਪ੍ਰੋਬਲਮ ਤੇ ਬੰਦੇ ਦੀ ਜ਼ਿੰਦਗੀ ਦੀ ਤਸਵੀਰ ਨਾ ਸਮਝ ਸਕਣ ਕੇ, ਉਸ ਪਾਸੇ ਪੜ੍ਹ ਨਾ ਸਕਣ ਕਰਕੇ ਹੈ। ਸੋ ਗੁਰੂ ਬਾਬਾ ਜੀ ਇਹੋ ਜਿਹੀ ਮੈਟਾਫੋਰ ਦੇ ਕੇ ਸਾਨੂੰ ਬਿਆਨ ਕਰਦੇ, ਉਹ ਬੰਦੇ ਇਸ ਇਹੋ ਜਿਹੀ ਦੁਨੀਆ ਵਿੱਚ ਰਹਿ ਜਿੱਥੇ ਅੰਦਰ ਦੀ ਸਮਝ ਕੁਝ ਆਵੇ। ਸੋ ਇਹ ਮੈਟਾਫੋਰਸ ਨੇ ਸਾਰੇ ਦੇ ਸਾਰੇ। ਅੱਜ ਜਿਹੜਾ ਇਹ ਅਸੀਂ ਬੀਤੇ ਕੱਲ੍ਹ ਵਿਚਾਰਨਾ ਸ਼ੁਰੂ ਕੀਤਾ ਸੀਗਾ, ਐਕਚੁਅਲੀ ਹੈ ਤੇ ਫਿਜ਼ੀਕਲ ਇੰਟੀਮੇਸੀ ਦੀ ਐਗਜ਼ਾਮਪਲ ਇਹਦੇ ਵਿੱਚ, ਕਿਉਂਕਿ ਜਿਹੜੀ ਲਾਸਟ ਪੰਕਤੀ ਸਮਾਪਤ ਹੋਏਗੀ ਉਹ ਹੋਏਗੀ, ਤਨ ਮਨ ਸੌਂਪੇ ਕੰਤ ਕੋ ਤੋ ਨਾਨਕ ਭੋਗ ਕਰੇ। ਲਿਟਰਲੀ ਤੌਰ 'ਤੇ ਇੰਟੀਮੇਸੀ ਦੀ ਗੱਲ ਹੋ ਰਹੀ ਹੈ, ਪਰ ਇਹਦੇ ਪਿੱਛੇ ਬਾਤ ਕੀ ਹੈ, ਇਹਨੂੰ ਹੋਰ ਲੈਵਲ 'ਤੇ ਦੇਖੋ। ਨਾਓ ਇਟ ਇਜ਼ ਸਪੈਸ਼ਲੀ ਇਨ ਇੰਗਲਿਸ਼ ਲੈਂਗੁਏਜ ਪੀਪਲ ਯੂਜ਼ these kind of examples or metaphors all the time. You can see in literature, in books, in everywhere. Even ਜਿਵੇਂ ਸਪੋਜ਼ ਅਸੀਂ ਸਾਡੀ ਭਾਸ਼ਾ 'ਚ ਥੋੜ੍ਹਾ ਜਿਹਾ ਅਸੀਂ ਡਿਫਰੈਂਟ ਲੈਵਲ 'ਤੇ ਚੀਜ਼ਾਂ ਨੂੰ ਯੂਜ਼ ਕਰਦੇ ਹਾਂ। ਤਾਂ ਸ਼ਾਇਦ ਬੱਚਿਆਂ ਨੂੰ ਸੁਣਿਆ ਹੋਏ, ਯੰਗ ਬੱਚੇ ਅਕਸਰ ਘਰਾਂ ਦੇ ਵਿੱਚ, ਓ ਮਾਈ ਮਾਈਂਡ ਫਾਰਟ। ਹੁਣ ਜੇ ਪੰਜਾਬੀ ਜ਼ਬਾਨ ਦੇ ਵਿੱਚ ਮੈਂ ਅਜੇ ਵੀ ਹਿੰਮਤ ਨਹੀਂ ਕਰ ਪਾ ਰਿਹਾ ਮੈਂ ਤੇ ਬੋਲ ਸਕਾਂ, ਮਤਲਬ I can say the word fart easily, but if you ask me to translate in Punjabi, literal Punjabi, I won't be able to. So ਇਹ ਜਿਹੜੀ ਚੀਜ਼ ਆ, ਇਹ ਕੀ ਹੈ ਕਿ ਜਿਵੇਂ ਜਿਵੇਂ ਬੰਦੇ 'ਚ ਮੈਚਿਓਰਿਟੀ ਦਾ ਲੈਵਲ ਵੱਧਦਾ ਆ, ਬੰਦਾ ਉਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਦੱਸ ਵੀ ਸਕਦਾ ਆ, ਬੰਦਾ ਗ੍ਰੈਬ ਵੀ ਕਰ ਸਕਦਾ, ਉਹਨੂੰ ਪਤਾ ਗੱਲ ਕੀ ਹੋ ਰਹੀ ਹੈ। ਸੋ ਇਸੇ ਤਰ੍ਹਾਂ ਜਿਹੜੀ ਇੰਟੀਮੇਸੀ ਦੀ ਗੱਲ ਆ, ਇਹ ਵੀ ਤੇ ਬਲਕਿ ਸੌਰੀ ਟੂ ਸੇ ਬਾਈ ਚਾਂਸ ਬਾਤ ਆਈ, ਮੈਂ ਕਹਿ ਦੇਣਾ, ਇਹਨੂੰ ਟੈਬੂ ਨਾ ਬਣਾਇਆ ਕਰੋ। We have to talk with our kids. Nowadays in this generation it's very important. ਬੱਚਿਆਂ ਨੂੰ ਸਮਝਣਾ। ਮੈਂ ਤੇ ਹੁਣ ਤੇ ਖੈਰ ਘਟਿਆ ਆ ਕੁਝ ਕੋਵਿਡ ਕਰਕੇ, ਵੈਸੇ ਵੀ ਜੀਵਨ ਲਾਈਫ ਪਿਛਲੇ 8-10 ਸਾਲਾਂ 'ਚ ਬੜੀ ਬਿਜ਼ੀ ਹੋ ਗਈ। ਅਦਰਵਾਈਜ਼ ਮੈਂ ਹਮੇਸ਼ਾ ਕੈਂਪਸ ਵਿੱਚ ਇਨਵੋਲਵ ਰਹਿੰਦਾ ਸੀਗਾ, ਬੱਚਿਆਂ ਦੇ ਯੂਥ ਕੈਂਪ ਵਿੱਚ, ਹੋਰ ਕੈਂਪਸ ਦੇ ਵਿੱਚ। ਤੇ ਬੱਚੇ ਸਮਟਾਈਮ ਆਸਕ ਮੀ ਵੈਰੀ ਬੋਲਡ ਕੁਐਸਚਨ ਸਚ ਐਜ਼, ਓਕੇ what ਗੁਰਮਤ ਸੇਜ਼ ਔਨ ਡੇਟਿੰਗ, ਕੈਨ ਐਕਸਪਲੇਨ ਇਟ। ਹੁਣ ਉਹ ਜਿਹੜੀ ਡੇਟਿੰਗ ਦੀ ਗੱਲ ਆ, ਤੇ ਇਹਦੀ ਬੜੀ ਵੱਡੀ ਟੈਬੂ ਹੈ ਸਾਡੇ ਵਾਸਤੇ। ਨੋ ਡੋਂਟ ਟਾਕ ਅਬਾਊਟ ਇਟ, ਨੋ ਦੈਟਸ ਨਾਟ, ਜਸਟ ਆਲਵੇਜ਼ ਲਿਵ ਬਿਟਵੀਨ ਦ ਲਾਈਨਸ, ਵਟ ਲਾਈਨਸ ਵੀ ਆਰ ਪ੍ਰੋਵਾਈਡਿੰਗ ਯੂ। ਐਵੇਂ ਥੋੜ੍ਹਾ ਹੋਏਗਾ। ਜਿਹੋ ਜਿਹੇ ਸਮਾਜ 'ਚ ਰਹਿ ਰਹੇ ਹੋ, ਇਸ ਸਮਾਜ ਦੀਆਂ ਆਪਣੀਆਂ ਇੱਕ ਕਹਿ ਲਓ ਕਿ ਇੱਕ ਇਨਫਲੂਐਂਸ ਹੈ, ਇੱਕ ਇਸ ਸਮਾਜ ਦਾ ਆਪਣਾ ਇੱਕ ਪ੍ਰਭਾਵ ਹੈ, ਉਹਦੇ ਤੋਂ ਤੁਸੀਂ ਬਿਲਕੁਲ ਮੁਨਕਰ ਨਹੀਂ ਹੋ ਸਕਦੇ। ਅਸੀਂ ਤੱਕ ਇੱਥੇ ਛੋਟੀ ਜਿਹੀ ਸਟੱਡੀ ਕੰਡਕਟ ਕੀਤੀ ਸੀ ਸਬਸਟੈਂਸ ਯੂਜ਼ ਦੇ ਉੱਤੇ ਪੀਲ ਰੀਜਨ ਵਿੱਚ, ਅਤੇ ਅਰਾਊਂਡ 98% ਬੱਚਿਆਂ ਨੇ ਸਾਡੇ ਕੋਲੇ ਮੰਨਿਆ ਸੀਗਾ until grade 8 that 98% that they have tasted some sort of substance until that age. The mostly illicit drugs, illicit kind of substance. ਹੁਣ 98% ਛੋਟਾ ਨੰਬਰ ਨਹੀਂ ਹੈ, ਬੜਾ ਵੱਡਾ ਨੰਬਰ ਹੈ। ਤੇ ਕਈ ਵਾਰੀ ਜਦੋਂ ਘਰਾਂ 'ਚ ਐਵੇਂ ਦੀ ਗੱਲ ਹੋਣੀ ਨਾ, ਤੇ ਮੋਸਟਲੀ ਪੇਰੈਂਟਸ ਨੇ ਇਹ ਕਹਿਣਾ ਉਹ ਠੀਕ ਹੈ, ਉਹ ਜਿਹੜੇ 2% ਬੱਚੇ ਨੇ ਉਹ ਸਾਡੇ ਬੱਚੇ ਹੋਣਗੇ। They were claiming like that, they were thinking like that. We are so actually, I should not say innocent, actually I should say so ignorant. We try to ignore everything, it's okay. ਜੇ ਮੈਂ ਇਗਨੋਰ ਕਰ ਦਿਆਂਗਾ ਨਾ, ਤੇ ਫਿਰ ਗੱਲ ਇਹ ਮੇਰੇ ਤੋਂ ਦੂਰ ਰਹੇਗੀ। ਇਹ ਕਿਵੇਂ ਹੋ ਸਕਦਾ? ਤੁਸੀਂ
this elephant is already in our society. We talk about it, we see it, we pay attention toward it or not. It's not going to actually take it away from us. It's already there. Yes, if we pay attention, if we actually see it, we might solve some issues. So ਉਹਦੀ ਬਾਤ ਹੋਏ ਇਹਦੇ ਵਿੱਚ। ਬਾਕੀ ਗੱਲ ਰਹੀ ਕਿ ਇਹ ਗ੍ਰਸਤ ਜੀਵਨ ਦੀ ਗੱਲ ਕਰੀਏ, ਸੋਸ਼ਲ ਨੋਰਮਸ ਦੇ ਵਿੱਚ ਸੋਸਾਇਟੀ ਦੇ ਅੰਦਰ ਰਹਿੰਦਿਆਂ ਹੋਇਆਂ ਗੁਰੂ ਸਾਹਿਬ ਨੇ ਵਿਵਾਹੁਤਾ ਜੀਵਨ ਜੀਆ, ਬੱਚਿਆਂ ਦੀ ਪੈਦਾਇਸ਼ ਕੀਤੀ। ਕਿਆ ਇਹ ਕਿਉਂਕਿ ਲੋਕ ਬੜੀ ਪਵਿੱਤਰਤਾ ਮੰਨਦੇ ਸੀ, ਗੁਰੂ ਸਾਹਿਬ ਕਹਿੰਦੇ ਨਹੀਂ ਇਹ ਤਾਂ ਐਕਚੁਅਲੀ ਇਹ ਬਲਰਾਮ ਹੈ, ਰੱਬ ਦਾ ਬਾਲਿਆ, ਜਿਹਨੂੰ ਸਹੀ ਤਰੀਕੇ ਨਾਲ ਯੂਜ਼ ਕੀਤਾ ਜਾਏ। ਰਿਲੇਸ਼ਨਸ਼ਿਪ ਦੇ ਵਿੱਚ ਜਿਹੜੀ ਸਭ ਤੋਂ ਪਿਓਰ ਅਤੇ ਵਧੀਆ ਰਿਲੇਸ਼ਨਸ਼ਿਪ ਮੰਨੀ ਗਈ, ਉਹ ਮੰਨੀ ਗਈ ਕਪਲ ਦੀ ਰਿਲੇਸ਼ਨਸ਼ਿਪ, ਹਸਬੈਂਡ ਵਾਈਫ ਦੀ। ਸੋ ਉਹਦੀ ਬਾਤ ਹੋ ਰਹੀ ਸਾਰੇ ਦੇ ਵਿੱਚ, ਅਤੇ ਉਸ ਵਿੱਚ ਜਿਹੜੀ ਇੰਟੀਮੇਸੀ ਦੀ ਇਨਵੋਲਵਮੈਂਟ ਆ, ਦੈਟ ਇਜ਼ ਦੇਅਰ। ਪਰ ਗੁਰੂ ਬਾਬਾ ਜੀ ਇਸ ਨੂੰ ਇੱਕ ਹਾਇਰ ਲੈਵਲ 'ਤੇ ਸਾਨੂੰ ਇਸ ਤਰੀਕੇ ਨਾਲ ਵੀ ਸਮਝਾਉਂਦੇ। ਜਿਵੇਂ ਸਪੋਜ਼ ਕਰੋ ਕੋਈ ਥਾਟ ਤੁਹਾਡੇ ਜ਼ਹਿਨ ਵਿੱਚ ਆਉਂਦਾ, ਜਿਵੇਂ ਆਪਾਂ ਸ਼ਬਦ ਪੜ੍ਹੀਏ ਨਾ, ਕਰਮਖੰਡ ਪੜ੍ਹੋ ਤੁਸੀਂ ਜਪਜੀ ਸਾਹਿਬ ਦੇ ਵਿੱਚ, ਕਰਮਖੰਡ ਕੀ ਬਾਣੀ ਜ਼ੋਰ ਤਿੱਥੈ ਹੋਰ ਨਾ ਕੋਈ, ਹੋਰ ਤਿੱਥੈ ਜੋਤ ਮਹਾਬਲਸੂਰ, ਤਿਨ ਮੈਂ ਰਾਮ ਰਿਹਾ ਭਰਪੂਰ। ਉੱਥੇ ਹੈਗਾ ਤਿੱਥੈ ਸਿੱਤੋ ਸਿੱਤਾ ਮਹਿਮਾ ਮਾਹੇ, ਦੋ ਚੀਜ਼ਾਂ ਦਾ ਆਪਸ ਵਿੱਚ ਲਪੇਟੇ ਜਾਣਾ ਇਸ ਤਰੀਕੇ ਦੇ ਨਾਲ, ਬਿਲਕੁਲ ਸਿੱਤੋ ਸਿੱਤਾ ਮਤਲਬ ਮਿੰਗਲ ਹੋ ਜਾਣਾ, ਦੈਟ ਇਜ਼ ਆਲਸੋ ਮੈਟਾਫੋਰ। ਇਸ ਤਰੀਕੇ ਨਾਲ ਸੀਪ ਜਾਣਾ, ਦੋ ਤੋਂ ਇੱਕ ਰੂਪ ਦੇ ਵਿੱਚ ਆ ਜਾਣਾ, ਇਟਸ ਆਲਸੋ ਏ ਸਾਈਨ ਆਫ ਇੰਟੀਮੇਸੀ, ਪਰ ਇਹ ਸਪਿਰਿਚੁਅਲ ਸਾਈਡ 'ਤੇ ਉਸ ਲੈਵਲ 'ਤੇ। ਹੁਣ ਗੁਰੂ ਬਾਬਾ ਜੀ ਬਿਆਨ ਕਰਦੇ ਕਿ ਜਿਸ ਵੀ ਥਾਟ ਨਾਲ ਅੰਗੇਜ ਹੋਣ ਲੱਗਾ ਆ, ਉਸ ਥਾਟ ਨਾਲ ਅੰਗੇਜ ਹੋਣ ਵਾਸਤੇ ਆਪਣੇ ਆਪ ਨੂੰ ਰੈਡੀ ਕਰ, ਅਤੇ ਉਸ ਦੂਸਰੇ ਥਾਟ ਨੂੰ ਦੇਖ ਕਿ ਮੇਰੀਆਂ ਨੀਡਸ ਨੂੰ ਮੈਚ ਕਰਦਾ ਆ। ਪਹਿਲਾਂ ਕੰਤ ਮਨਾਏ ਦੀ ਗੱਲ ਇਹ ਹੈ, ਜੇ ਮੇਰੀਆਂ ਨੀਡਸ ਨੂੰ ਮੈਚ ਕਰਦਾ ਆ, ਦੈਟਸ ਗੁੱਡ ਮੈਚ, ਗੋ ਵਿਦ ਦੈਟ। ਐਸਾ ਨਾ ਹੋਏ ਮੇਰੀਆਂ ਨੀਡਸ ਕੁਝ ਹੋਰ ਹੋਣ, ਮੈਂ ਇਹ ਸੋਚ ਕੇ ਬੈਠਾ ਹੋਵਾਂ। ਕਈ ਵਾਰ ਹੁੰਦਾ ਲੋਕਾਂ ਦੇ ਜੀਵਨ ਦੇ ਵਿੱਚ, ਬੜੇ ਸੁਪਰਫਿਸ਼ੀਅਲ ਅਤੇ ਸੁਪਰਸਟੀਸ਼ੀਅਸ ਲੈਵਲ 'ਤੇ ਅਸੀਂ ਰਿਲੀਜਨ ਨੂੰ ਅੰਡਰਸਟੈਂਡ ਕਰਦੇ ਕਿ ਬੰਦਾ ਸਵੇਰ ਤੋਂ ਸ਼ਾਮ ਤੱਕ ਨਸ਼ੇ ਕਰਦਾ ਆ, ਘਰਦਿਆਂ ਨੇ ਕਿਹਾ ਆਪਾਂ ਇੱਕ ਕੰਮ ਕਰਦੇ ਹਾਂ, ਇਹਨੂੰ ਧੱਕੇ ਦੇ ਨਾਲ ਖੰਡੇ ਬਾਟੇ ਦੀ ਪਹੁਲ ਦਵਾ ਦਿੰਦੇ ਹਾਂ। ਹੁਣ ਕੀ ਹੋਇਆ? ਹੁਣ ਠੀਕ ਹੈ ਜੀ, ਕੰਮ ਸੋਲਵ ਹੋ ਗਿਆ, ਹੁਣ ਕਮਿਟਮੈਂਟ ਕਰ ਲਿਆ ਤੇ ਠੀਕ ਹੈ, ਜਾਂ ਮਾਫੀ ਮੰਗਾਂਗਾ। ਸਾਡੇ ਇਸ ਕਲਚਰ ਦੇ ਵਿੱਚ, ਸੌਰੀ ਟੂ ਸੇ, ਹੱਥ ਮੰਨ ਕੇ, ਜੇ ਮੇਰੇ ਕੋਲ ਕੇਸਿਸ ਵੀ ਹੈਗੇ ਬਹੁਤ ਸਾਰੇ ਮੈਂਟਲ ਹੈਲਥ ਦੇ ਵਿੱਚ, ਘਰਾਂ ਦੇ ਵਿੱਚ ਖਾਸ ਕਰਕੇ ਬੱਚੀਆਂ ਨੂੰ ਸੋਚਿਆ ਦੇ ਆਰ ਗੋਇੰਗ ਇਨ ਸਕੂਲ, they are actually getting older now because they're not that much, they're not in their kid age anymore. So now what to do? ਇਹਨਾਂ ਦੀ ਕਮਿਟਮੈਂਟ ਕਰਾ ਲਈਏ, ਕੇਸ ਕੀ ਬਣਾ ਦਿਓ ਇਹਨਾਂ ਨੂੰ। ਸੋ ਇਹਨਾਂ ਨੂੰ ਉਸ ਰੂਪ ਵਿੱਚ ਕੀ ਹੋਏਗਾ ਕਿ they won't actually fit in those party type of culture, or they won't go for swimming and they won't go for that kind of things, and we have little examples of that. ਹੋਇਆ ਕਿ ਬੱਚਾ, ਕਿਉਂਕਿ ਬੱਚੇ ਕੋਲ ਉਨੀ ਆਵਾਜ਼ ਨਹੀਂ ਹੁੰਦੀ, ਬੱਚਾ ਕਈ ਵਾਰ ਗੱਲ ਮੰਨ ਗਿਆ, ਬਾਅਦ ਵਿੱਚ ਕੀ ਹੋਇਆ, ਉਹ ਕਈ ਵਾਰੀ ਜਾਂ ਤਾਂ ਬਿਲਕੁਲ ਬਾਗੀ ਹੋ ਗਿਆ ਜਾਂ ਚੀਟ ਕਰਨ ਲੱਗ ਗਿਆ, ਐਂਡ ਵਿਚ ਇਜ਼ ਟੋਟਲੀ ਰੋਂਗ। ਜਿੰਨੀ ਦੇਰ ਤੱਕ ਕਿਸੇ ਦੇ ਅੰਦਰੋਂ ਕੋਈ ਚੀਜ਼ ਨਹੀਂ ਆ ਰਹੀ, ਐਜੂਕੇਟ ਕਰੋ, ਉਹਨੂੰ ਸਮਝਾਓ। ਤੇ ਜ਼ਰੂਰੀ ਨਹੀਂ ਹਰ ਬੱਚਾ ਐਵੇਂ ਦਾ, ਬਹੁਤ ਸਾਰੇ ਬੱਚੇ ਐਸੇ ਨੇ ਛੋਟੀ ਉਮਰੇ ਆਪਣੇ ਆਪ ਵਿੱਚ ਬੜੀ ਮੈਚਿਓਰ ਡਿਸੀਜਨ ਲੈਂਦੇ, ਪਰ ਉਹਦੀ ਇਨਵੋਲਵਮੈਂਟ ਬੜੀ ਜ਼ਰੂਰੀ ਹੈ। ਉਹ ਕਹਿੰਦਾ ਜੋ ਮਰਜ਼ੀ ਹੋ ਜਾਏ, ਜਿਵੇਂ ਬਾਣਾ ਧਾਰਨ ਕਰ ਲਿਆ, ਆਈ ਵਿਲ ਗੋ ਵਿਦ ਦੈਟ। ਅਤੇ ਇਹੋ ਜਿਹੇ ਬੱਚੇ ਹੈਗੇ, ਇੱਥੇ ਲਾਅ ਸਕੂਲ ਚਲੇ ਗਏ, ਹੋਰ ਜਗ੍ਹਾ 'ਤੇ ਚਲੇ ਗਏ, ਤੁਹਾਨੂੰ ਜਿਹੜਾ ਹੈਗਾ ਉਹਨਾਂ ਨੇ ਉਸ ਰੂਪ ਵਿੱਚ, ਬਟ ਉਹਨਾਂ ਦਾ ਆਪਣਾ ਡਿਸੀਜਨ ਹੈ। ਬਹਿਰੂਨੀ ਤੌਰ 'ਤੇ ਉਹਨਾਂ ਨੂੰ ਇਸ ਕਰਕੇ, ਕਿਉਂਕਿ ਲੋੜ ਸਾਡੀ ਇਹ ਹੈ ਕਿ ਅਸੀਂ ਇਸਨੂੰ ਇਸ ਕੰਪਨੀ 'ਚ ਨਹੀਂ ਜਾਣ ਦਿੰਦੇ, ਇਸ ਕਰਕੇ ਇਹਨੂੰ ਬਾਣੇ ਨਾਲ ਜੋੜ ਕੇ ਹਰਡਲ ਪਾ ਦਿੱਤਾ ਜਾਏ, ਸ਼ਾਇਦ ਹੋ ਸਕਦਾ ਨਾ ਚੱਲ ਸਕੇ ਉੱਥੇ। ਅਤੇ ਉਹਦਾ ਐਂਡ ਰਿਜ਼ਲਟ ਕੀ ਹੈ? ਬੱਚਾ ਇੱਕ ਤਾਂ ਉਹ ਚੀਟ ਕਰੇਗਾ, ਦੂਜੇ ਨੰਬਰ 'ਤੇ ਲੌਂਗ ਰਨ ਦੇ ਵਿੱਚ ਉਹਦੇ 'ਚ ਗਿਲਟੀ ਫੀਲ ਹੋਏਗੀ, ਓਹੋ ਯੂ ਨੋ ਆਈ ਮੇਡ ਸਮ ਸੋਰਟ ਆਫ ਕਮਿਟਮੈਂਟ, ਆਈ ਹੈਡਨਟ ਫੁਲਫਿਲ ਇਟ, ਦੈਟ ਮੀਨ ਆਈ ਐਮ ਨੋਟ ਏ ਗੁੱਡ ਪਰਸਨ। ਇਹੋ ਜਿਹੇ ਸਾਡੇ ਕੋਲ ਬਹੁਤ ਸਾਰੀਆਂ ਕੇਸਿਸ ਆਉਂਦੇ ਸੋਸਾਇਟੀ ਵਿੱਚੋਂ। ਇਸ ਲਈ
ਜਿਹੜੀ ਸਾਡੀ ਲੋੜ ਆ ਉਹਨੂੰ ਐਡਰੈਸ ਕਰਦਾ ਸਾਡਾ ਜਿਹੜਾ ਕਮਿਟਮੈਂਟ ਆ। ਲੋੜ ਮੇਰੀ ਇਹ ਹੈ ਕਿ ਮੇਰੇ 'ਚ એનર્ਜੀ ਹੈ ਤੇ ਉਸ એનર્ਜੀ ਨੂੰ ਮੈਂ ਕਿਸੇ ਚੰਗੇਰੇ ਹਾਇਰ ਲੈਵਲ ਦੇ ਸਕੂਲ ਆਫ ਥਾਟ ਦੇ ਨਾਲ ਅੰਗੇਜ ਕਰਨਾ ਚਾਹੁੰਦਾ, ਉੱਥੇ ਆਪਣੀ એનર્ਜੀ ਸਾਰੀ ਲਗਾਉਣੀ ਚਾਹੁੰਦਾ ਵਾਂ। ਮੈਨੂੰ ਸਿੱਖੀ ਸਪੋਰਟ ਕਰਦੀ ਉਹਦੇ ਲੈਵਲ ਤੇ, ਸਿੱਖੀ ਮੈਨੂੰ ਇੱਕ ਪਾਥ ਦਿੰਦੀ ਆਪਣੀ એનર્ਜੀ ਨੂੰ ਉਸ ਪਾਸੇ ਕਨਵਰਟ ਕਰਨ ਵਾਸਤੇ। ਆਈ ਵਿਲ ਗੋ ਵਿਦ ਦੈਟ। ਇਹ ਐਕਚੁਅਲ ਲੈਵਲ ਤੇ ਗੱਲ, ਬਿਕੋਜ਼ I want to do part every time. So if I make commitment that I'm taking Khande Di Pahal and I have to do Nitnem morning time, evening time, that's good. मैं रहनी रहते च रहना चाਹੁੰਦਾ ਬਾਣੇ ਦੇ ਵਿੱਚ, ਕਿਉਂਕਿ ਮੇਰੇ ਬਜ਼ੁਰਗਾਂ ਵੱਲੋਂ ਮੈਨੂੰ ਦਾਤ ਮਿਲੀ ਹੈ ਤੇ ਬਜ਼ੁਰਗ ਮੈਨੂੰ ਚੰਗਾ ਲੱਗਦਾ। when I see pictures of my grandpa or my great grandpa or my dad and my actually all family, and I really want to make some sort of association so that I have sense of belonging. ਬੜੀ ਵਧੀਆ ਗੱਲ ਹੈ, go with that. ਜਾਂ ਮੈਨੂੰ ਗੁਰੂ ਸਾਹਿਬ ਬਾਰੇ ਕਿਸੇ ਨੇ ਦੱਸਿਆ, ਮੇਰੀ ਫੈਮਿਲੀ 'ਚ ਪਿੱਛੇ ਕੋਈ ਨਹੀਂ ਸੀਗਾ ਤੇ ਮੈਨੂੰ ਪਤਾ ਲੱਗਾ ਇਹ ਪੱਗ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀ ਹੈ, ਇਹ ਬਾਣਾ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆ, ਜੋ ਇਤਨੀ ਮਹਾਨਤਮ ਸ਼ਖਸੀਅਤ ਸੀਗੇ ਜਿਨ੍ਹਾਂ ਦੀ ਕੋਈ ਐਗਜ਼ਾਮਪਲ ਨਹੀਂ ਧਰਤੀ ਦੇ ਉੱਤੇ। ਐਂਡ ਆਈ ਰੀਅਲੀ ਵਾਂਟ ਟੂ ਬੀ ਏ ਫੋਲੋਵਰ ਆਫ ਗੁਰੂ ਗੋਬਿੰਦ ਸਿੰਘ ਸਾਹਿਬ। ਕਲੀਅਰ ਹੈ, ਇਸ ਰੂਪ ਦੇ ਵਿੱਚ ਇਹ ਹੈ। ਜੇ ਉਸ ਸਕੂਲ ਆਫ ਥਾਟ ਨੂੰ ਉਸ ਲੈਵਲ ਤੇ ਤੁਸੀਂ ਆਪਣੇ ਮਨ ਦੀ ਦੁਨੀਆ 'ਚ ਅੰਗੇਜ ਕਰ ਲੈਂਦੇ ਹੋ, ਪਹਿਲਾਂ ਕੰਤ ਮਨਾਏ, ਫਿਰ ਤੁਹਾਡਾ ਸੁਹਾਗਣ ਵਾਲਾ ਬਾਣਾ ਪਾਣਾ ਬਹੁਤ ਵਧੀਆ ਆ। ਕਿਉਂਕਿ ਜਿਸ ਉਸ ਇੰਟੀਮੇਸੀ ਨੂੰ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ, ਦੈਟ ਇਜ਼ ਔਨ ਦਾ ਵੇ, ਦੈਟਸ ਉਸ ਰੂਪ ਦੇ ਸਪਿਰਿਚੁਅਲ ਸਾਈਡ ਤੇ ਇੰਜੋਏ ਕਰ ਸਕੋਗੇ। ਅਗਲਾ ਬਚਨ ਸੀਗਾ, ਸਾਹਿਬ ਨੇ ਕਿਹਾ ਮਤ ਸੇਜੈ ਕੰਤ ਨਾ ਆਵਈ, ਐਵੇਂ ਬਿਰਥਾ ਜਾਏ। ਮੇਰੀ ਸੋਚ ਕੁਝ ਹੋਰ ਸੀਗੀ, ਮੈਨੂੰ ਰਿਲੀਜੀਅਸ ਪਾਥ ਫੋਲੋ ਕਰਕੇ ਆਹ ਚੀਜ਼ ਮਿਲੇਗੀ। ਜਦੋਂ ਮੈਂ ਉਹ ਪਾਥ ਅਡਾਪਟ ਕਰ ਲਿਆ, ਫੋਲੋ ਕਰ ਲਿਆ, ਉਹ ਚੀਜ਼ ਪ੍ਰਾਪਤ ਨਹੀਂ ਹੋਈ, ਦੈਨ ਆਈ ਐਮ ਐਕਚੁਅਲੀ ਇਨ ਲਿੰਬੋ। ਨਾਓ ਆਈ ਕੈਨ ਨੋਟ ਐਕਚੁਅਲੀ ਗੋ ਅਵੇ ਫਰੋਮ ਇਟ। ਕਿਉਂਕਿ ਹੁੰਦਾ ਸੋਸਾਇਟੀ ਦੇ ਵਿੱਚ ਜਿਹੜੇ ਕਮਿਟਮੈਂਟ ਹੁੰਦੇ, ਲੋਕੀ ਉਹਦੇ ਬਾਰੇ ਗੱਲ ਵੀ ਕਰਦੇ ਨੇ, ਪੁੱਛਦੇ ਵੀ ਨੇ। ਬਾਅਦ 'ਚ ਲੋਕੀ ਕਈ ਵਾਰੀ ਉਹਦੇ ਉੱਤੇ ਟਾਊਂਟਿੰਗ ਵੀ ਕਰਦੇ ਨੇ ਜੇ ਕੋਈ ਕਮਿਟਮੈਂਟ ਕਰਕੇ ਫੁੱਲਫਿਲ ਨਾ ਕਰੇ। ਤੇ ਸਪਿਰਿਚੁਅਲ ਸਾਈਡ ਤੇ ਅਸੀਂ ਬਿਲਕੁਲ ਉਹਨੂੰ ਪਤਿਤ ਕਹਿੰਦੇ ਆ। ਸੋ ਇਹ ਜਿਹੜੀ ਚੀਜ਼ ਆ, ਸਾਹਿਬ ਕਹਿੰਦੇ ਕਿਉਂ ਨਾ ਭਾਈ ਫਿਰ ਇਹ ਕੀਤਾ ਜਾਏ, ਮਤ ਸੇਜੈ ਕੰਤ ਨਾ ਆਵੀ, ਮਤੇ ਉਸ ਬਾਤ ਬਣੇ ਨਾ ਕੰਤ ਨਾਲ, ਤੇ ਐਵੇਂ ਬਿਰਥਾ ਜਾਏ, ਕਾਮਣ ਪਿਰ ਮਾਨਿਆ ਤੋ ਬਣਿਆ ਸ਼ਿੰਗਾਰ। ਇਹਦੇ 'ਚ ਇਹ ਵੀ ਹੈ ਕਿ ਜੇ ਤੇਰਾ ਮਨ ਪਿਰ ਵਾਲੇ ਪਾਸੇ ਮੰਨ ਜਾਏ, ਸ਼ਿੰਗਾਰ ਤੇ ਤਾਂ ਕਰਨ ਦਾ ਫਾਇਦਾ ਹੈ ਨਾ, ਤਾਂ ਇਸ ਚੀਜ਼ ਨੂੰ ਆਪਣੇ ਜੀਵਨ ਦੇ 'ਚ ਲਿਆਉਣ ਦੀ ਬਾਤ ਹੋ ਰਹੀ ਹੈ। ਕੀਆ ਤੋਂ ਪ੍ਰਵਾਨ ਹੈ ਜਾਂ ਸ਼ੌ ਧਰੇ ਪਿਆਰ, ਫਿਰ ਕੀਤਾ ਪ੍ਰਵਾਨ ਵੀ ਤਾਂ ਹੀ ਹੈ ਜੇ ਸ਼ੌ ਆ ਜਾਏ ਜੀਵਨ ਦੇ ਵਿੱਚ। ਅਸੀਂ ਸ਼ਬਦਾਂ ਦੇ ਜਾਂ ਲਿਟਰੇਚਰ 'ਚ ਪੜ੍ਹਦੇ ਹੈਗੇ ਹਾਂ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ, ਸੋ ਸਾਹਿਬ ਮੈਂ ਉਸਕਾ ਚਿਹਰਾ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਦੇਖੋ ਕਲੀਅਰ ਹੈ ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿਸੇ ਤਰੀਕੇ ਦੇ ਨਾਲ। ਸਾਨੂੰ ਹੋਰ ਪੜ੍ਹਾਇਆ ਗਿਆ, ਸਾਨੂੰ ਦਰਸਾਇਆ ਗਿਆ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦੇਹੂੰ ਮੈਂ ਸਾਰਾ। ਹੁਣ ਜਿਹੜਾ ਬਚਨ ਇੱਥੇ ਆਇਆ ਨਾ, ਕੀਆ ਤੋਂ ਪ੍ਰਵਾਨ ਹੈ ਜਾਂ ਸ਼ੌ ਧਰੇ ਪਿਆਰ, ਸ਼ੌ ਤੇ ਪਿਆਰ ਕਰਨ ਲਈ ਤਿਆਰ ਹੈ। ਸ਼ੌ ਕਹਿੰਦਾ ਹੈ ਜੇ ਤੂੰ ਕੰਪਲੀਟਲੀ ਮੇਰਾ ਸਮਰਪਣ ਵਿੱਚ ਆ ਜਾਏ ਨਾ, ਤੇ ਮੈਂ ਤੇਰੇ ਅੰਗ ਸੰਗ ਆ, ਮੈਂ ਤੇਰੀ ਪਿੱਠ ਨਹੀਂ ਲੱਗਣ ਦੇਵਾਂਗਾ। ਇਹ ਚੇਤੇ ਰੱਖੀ। ਦੈਨ ਤੇਰੀ ਗੁਰੂ ਨਾਲ ਜਿਹੜੀ ਐਸੋਸੀਏਸ਼ਨ ਹੈ ਉਹ ਗੁਰੂ ਨਿਭਾਏਗਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੇਹੂੰ ਮੈਂ ਸਾਰਾ। ਪਰ ਹਾਂ ਜਬੇ ਗਹਿ ਵਿਪਰਨ ਕੀ ਰੀਤ, ਜਿਹੜੀ ਵਿਪਰ ਰੀਤ ਆ, ਇਹ ਹੈ ਲੂਪ ਹੋਲਸ ਲੱਭ ਲੈਣੇ, ਮਨਮੁਖ ਹੋ ਜਾਣਾ ਆਪਣੇ। ਐਕਚੁਅਲੀ ਇਹ ਵਿਪਰ ਰੀਤ ਦੀ ਸਭ ਤੋਂ ਵੱਡੀ ਅਲਾਮਤ ਹੈ। ਜਿਵੇਂ ਮਨ ਕਹਿੰਦਾ ਉਵੇਂ ਚੀਜ਼ਾਂ ਫਿੱਟ ਕਰਕੇ ਚੱਲਣ ਦੀ ਟਰਾਈ ਕਰਨੀ, ਦੈਟ ਇਜ਼ ਵਿਪਰ ਰੀਤ। ਦੈਟ ਸਭ ਤੋਂ ਵੱਡੀ ਅਲਾਮਤ ਹੈ। ਇਹ ਗੁਰੂ ਵਾਲਾ ਰਾਹ ਨਹੀਂਗਾ, ਇਹ ਰਾਹ ਹੈ ਪ੍ਰਟੈਂਡ ਰਿਲੀਜੀਅਸ ਐਕਸਰਸਾਈਜ਼ ਕਰਨੀਆਂ। ਕਿਹਾ ਗਿਆ ਕਿ ਬੰਦੇ ਤੂੰ ਨਾ ਵਕਾਰਾਂ ਨੂੰ ਮਾਰਨਾ ਹੈ। ਉਸ ਦੁਨੀਆ 'ਚ ਕੀ ਹੋ ਗਿਆ, ਜਾਨਵਰਾਂ ਦੀ ਬਲੀ ਦੇ ਲਓ, ਹੋਰ ਕੁਛ ਨਹੀਂ ਮਿਲਦਾ, ਨਰੀਏਲ ਦੀ ਬਲੀ ਦੇ ਲਓ। ਬਲੀ ਤੇ ਦੇਣੀ ਸੀ ਉਹਨਾਂ ਵਕਾਰਾਂ ਦੀ, ਉਹਨਾਂ ਥਾਟਸ ਦੀ, ਜਿਨ੍ਹਾਂ ਨੇ ਜੀਵਨ ਨੂੰ ਅਸਲ ਦੇ ਵਿੱਚ ਖਰਾਬ ਕਰਨਾ ਆ। ਬੰਦਾ ਕੁਝ ਹੋਰ ਕਰਨ ਲੱਗ ਗਿਆ। ਇੱਥੇ ਮਨ ਸਮਝਾਵਨ ਕਾਰਨ ਕਛੂਕ ਪੜੀਏ ਗਿਆਨ।
प्रथम मन प्रबोध है अपना पाछा अवर रिझावा है। समाज विखावा नहीं, इत्थे लोक विखावा नहीं गा, इत्थे ते अपने आप नूं दर्शाण दी गल है। सो वो सारी नहीं, वो सारी रहो रीत नहीं अडॉप्ट की, बल्कि एक प्रटेंड रिलीजियस एक्सरसाइज लग गया। बाबा जी कहते फिर भाई तू गुरमत दा राह छड़ गया, फिर तेरी मेरी साथ वाली बात नहीं है कोई भी। सो इस करके साहब बयान कर दे, जे जाना है तो फिर शाह नूं भी पुछ भी तू मेरी पत कजेगा। साहब कहते कीया तो प्रवान है जां शाह धरे प्यार, ये शिंगार तां बनावा जे शाह वाकई च उहदे इवज विच प्यार भी देवे मैनू। अगला बचन है पाओ शिंगार तंबोल रस भोजन पाओ करे। अजकल जी कॉस्मैटिक इंडस्ट्री है बड़ी वड्डी इंडस्ट्री है, मतलब दुनिया की सब तो वड्डी इंडस्ट्री ये कह लो अज की तारीख बन चुकी है। असी रीसेंटली असैंशियल चीज़ों की बात देख रहे हैं कि असैंशियल की चीज़ां ने साडे वास्ते, सानू हुण पता लग रहा है भी नॉन असैंशियल तो असैंशियल दे कुछ फर्क है। हालांकि सोसाइटी ने बहुत सारिया चीज़ां नॉन असैंशियल जिन्हां दी लोड़ नहीं वो भी असैंशियल अजे तक बनाईयां ने, पर हैगा आ जिवें साडे इस मुल्क ना मुल्कां दे विच जो असैंशियल की गल आउंदी है तो लिकर स्टोर इज़ ऑल्सो असैंशियल पार्ट ऑफ सोसाइटी। सो ये चीज़ां होईयां। मेरी एक प्रिजन सैटिंग दे उत्थे एक चैपलन हैगा आ, चैपल विच इनवॉल्व साडी, तो वो एक दिन कह रहा कहता कमाल आ कि चर्च बंद आ तो ठेके खुले आ। कहता मतलब कहता आई वाज लाफिंग अबाउट इट। मैं सोच रहा कि हो की रहा है। फिर कहते सोसाइटी बीमार हो गई। कहता भी बीमार तो है, चलो कोविड-19 तो है ही है, पर सोसाइटी तो ऑलरेडी बीमार है। जिस सोसाइटी को ये नहीं पता भी भाई एक्चुअल लैवल तो साडी लोड़ की है। भाई गुरदास जी दियां रचनावां च एक बचन है बड़ा कमाल का, वो कहते कि कई बार ऐसा होता है चंदन की बार दीजिए बबूल द्रम, ब्रज भाषा है। जो जो अयोध्या ते गया इलाके च प्रचार किया उदों इन्होंने कबित उच्चारण किया, उस कबित विचों है। वो कहते चंदन की बार जैसे दीजियत बबूल द्रम, कंचन संपट मह कांच गह राखी है। बबूल कहते किक्कर नूं, आपनूं पता होएगा कि जिहड़ा किक्कर आ ये आम उग जांदा। हुण ते चलो जमीन ही असीं खराब कर ली उत्थे सारी, नहीं तो अदरवाइज किक्कर ते जगह जगह उगे हुंदे। हुण किक्कर जिहड़े ने कंडे हुंदे उन्हां नूं ते मोस्टली असीं लोकी की यूज़ करदे हुंदे सी पंजाब दे नेटिव एनवायरनमेंट, किक्कर नूं कट के छोटे छोटिਆਂ ते उहदियां वाड़ां लाउंदे सी। फलों वाले बूटियां ते किते अमरूद ला ले, अंब ला ले, भी कोई जानवर ना खा जे, सो उहदे आले दुआले वाड़ ला देनी। चंदन दा बूटा ते बहुत कीमती बूटा आ, उहदे बेशकीमती चीज़ आ। भाई गुरदास जी कहंदे वो सोसाइटी का की बनेगा जिस सोसाइटी दे विच चंदन की बार जैसे दीजियत बबूल द्रम, चंदन दे बूटे कट के बबूल दे बूटे दुआले वाड़ ला दी जाए। मतलब किकरां दे बूटियां नूं चंदन दे बूटे कट के वाड़ लाई जा रही है। होर तुसीं कलयुग किहनूं कहोगे? होर मतलब बंदे दे मरन वास्ते होर की चाहिदा हैगा? वो कहते चलो ये छड्डो, चंदन की बार जैसे दीजियत बबूल द्रम, कंचन संपट मद कांच गह राखिए। आपने जरूर सोनिया खरीदा होना सुनियारे की दुकान तो कभी ना कभी। जो सुनियारा सोना देंदा आ तो उन्होंने जी डब्बी होंगी है वो देखा होएगा कि वही डब्बी कच की होंगी है तो विच उहदे सोना रखा होंगे, बड़ी उतों इस तरीके नाल जिहड़ी है वो ट्रांसपेरेंट होंगी, दिसदी विचों विच पई हुई चीज़ उत्ते सोने विच पिया, उत्ते उहदे कच का ढक्कन है। ठीक है जी, कच की डब्बी सोने नूं कैरी करदी, सोना इन्ना कुंदा डब्बी एड्डी वड्डी सारी होंदी है। पर भाई गुरदास जी कहते जे किते इहो जिहा समा आ जाए कि कंचन जो है चंदन की बार जैसे दीजियत बबुल द्रम, कंचन संपट, संपट कहते डब्बे नूं, भी कहते सोने की डब्बी बनाई जाए, कांच गह राखिए, उहदे च कच का टुकड़ा छोटा जिहा रखा जाए। सोने की डब्बी बना के उहदे विच कच का टुकड़ा संभालो, किन्नी क समझदारी है। सोने के टुकड़े नूं कच की डब्बी बना के संभालना ये तो है समझदारी, पर सोने की डब्बी बना के विच कच का टुकड़ा पा के रखना ये तो कोई समझदारी नहीं ना।
ਸਮਾਜਾਂ ਦੇ ਵਿੱਚ ਜਦੋਂ ਸੋਝੀ ਦਾ ਲੈਵਲ ਇਹ ਆ ਜਾਏ, ਸਾਡਾ ਬਚਨ ਹੈ ਨਾ, ਗੁਰੂ ਬਾਬਾ ਜੀ ਨੇ ਬਿਆਨ ਕੀਤਾ ਹੈ, ਕਿਆ ਭਉ ਸ਼ਿੰਗਾਰ ਤੰਬੋਲ ਰਸ। ਹੁਣ ਦੇਖੋ, ਸ਼ਿੰਗਾਰ ਕਰਨ ਵਾਸਤੇ ਸੂਰਤ ਤੇ ਸੀਰਤ ਦੋ ਚੀਜ਼ਾਂ ਦਾ ਸੁਮੇਲ ਹੁੰਦਾ ਆ। ਸੂਰਤ ਬਹੁਤ ਖੂਬਸੂਰਤ ਹੋ ਜਾਏ, ਖੂਬ ਹੋ ਜਾਏ, ਸੀਰਤ ਕੁਝ ਨਾ ਹੋਏ, ਤੁਸੀਂ ਕੀ ਸਮਝਦੇ ਹੋ ਉਹ ਸ਼ਖਸ ਕੁਝ ਚੰਗੀ ਅਟੈਂਸ਼ਨ ਬਾਏ ਕਰ ਸਕੇਗਾ ਲੰਬੇ ਸਮੇਂ ਲਈ? ਬਿਲਕੁਲ ਵੀ ਨਹੀਂ। ਮੈਨੂੰ ਯਾਦ ਆ, ਮੈਂ ਇੱਕ ਵਾਰੀ ਇੱਕ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਪ੍ਰੋਗਰਾਮ ਵਿੱਚ ਇਨਵੋਲਵ ਸੀਗਾ ਇੰਡੀਆ ਕੀ ਯੂਨੀਵਰਸਿਟੀ ਦੇ ਵਿੱਚ, ਅਤੇ ਉਹ ਕੁਝ ਟੈਕਟਿਕ ਸਮਝਾ ਰਹੇ ਸੀਗੇ। ਖਾਸ ਕਰਕੇ ਜਿਹੜਾ ਰਿਸੈਪਸ਼ਨ ਦਾ ਰੋਲ ਆ ਕਿਸੇ ਵੀ ਬਿਜ਼ਨਸ ਲਈ, ਉਹਦੀ ਗੱਲ ਹੋ ਰਹੀ ਸੀ। ਰਿਸੈਪਸ਼ਨ ਮੀਨ ਵੈਨ ਸਮਨ ਇਜ਼ ਕਮਿੰਗ ਇਨਸਾਈਡ in a shop or in a business or in anywhere, the very first ਜਿਹੜਾ ਹੈਗਾ ਕਾਊਂਟਰ, ਜਿਹਨੂੰ ਜਿੱਥੇ ਜਾ ਕੇ ਉਹ ਸਭ ਤੋਂ ਪਹਿਲਾਂ ਉਹਦੀ ਕਿਸੇ ਦੇ ਨਾਲ ਇੰਟਰੈਕਸ਼ਨ ਹੋਣੀ ਹੈ, ਉਹਦੀ ਗੱਲ ਹੋ ਰਹੀ ਹੈ। ਉਹਦੇ 'ਚ ਗੱਲ ਹੋਈ ਕਿ ਅਸੀਂ ਮੋਸਟਲੀ ਇਸ ਗੱਲ 'ਤੇ ਜ਼ੋਰ ਦਿੰਦੇ ਹਾਂ ਕਿ ਜਿਹੜਾ ਉੱਥੇ ਸ਼ਖਸ ਖੜਾ ਹੋਏ ਉਹ ਸਮਾਈਲਿੰਗ ਫੇਸ ਨਾਲ ਹੋਏ, ਬੜਾ ਖੁਸ਼ ਹੱਸਦਾ ਹੋਇਆ ਫੇਸ ਹੋਇਆ, ਜੀ ਆਇਆਂ ਕਹੇ, ਉਮਦਿਆਂ ਨਾਲ ਇਸ ਕਿਸਮ ਦੀ ਗੱਲ ਕਰੇ। ਉਹਦੇ ਜਿਹੜਾ ਸਕਾਲਰ ਪ੍ਰੋਫੈਸਰ ਸੀਗਾ ਉਹ ਕਹਿੰਦਾ ਸਭ ਕੁਝ ਠੀਕ ਹੈ, ਬਟ ਜਿਸ ਕੰਮ ਵਾਸਤੇ ਉਹ ਸ਼ਖਸ ਆਇਆ ਆ, ਜੇ ਉਸ ਕੰਮ ਨੂੰ ਪੂਰੀਆਂ ਕਰਨ ਵਾਸਤੇ ਉਹਦੇ ਕੋਲ ਲਿਆਕਤ ਨਹੀਂ ਹੈ, ਉਹ ਸਮਾਈਲਿੰਗ ਫੇਸ, ਉਹਦਾ ਜੋ ਉਸ ਨੂੰ ਵੈਲਕਮ ਕਰਨ ਦਾ ਇੱਕ ਐਟੀਟਿਊਡ ਜਾਂ ਇੱਕ ਗ੍ਰੈਟੀਟਿਊਡ ਸ਼ੋਅ ਕਰਨ ਦਾ ਸਾਰਾ, ਉਹ ਸਭ ਚੀਜ਼ਾਂ ਕਿਸੇ ਮੁੱਲ ਨਹੀਂ ਰਹਿ ਜਾਣੀਆਂ, ਬੇਕਾਰ। ਉਸ ਨੂੰ ਇਸ ਕਾਬਲ ਵੀ ਬਣਾਇਆ ਜਾਏ ਕਿ ਉਹ ਜੋ ਸ਼ਖਸ ਜਿਸ ਕੰਮ ਵਾਸਤੇ ਆਇਆ ਹੈ ਉਹਦੇ ਕੋਲ ਇਨਫੋਰਮੇਸ਼ਨ ਹੋਏ, ਉਹਦੀ ਉਹ ਮਦਦ ਕਰ ਸਕੇ ਉਸ ਲੈਵਲ 'ਤੇ। ਸੋ ਇਹ ਹੈ, ਕੱਲੀ ਸੂਰਤ ਇਹ ਕੰਮ ਨਹੀਂ ਸਵਾਰਦੀ, ਉਹਦੇ ਪਿੱਛੇ ਸੀਰਤ ਵੀ ਚਾਹੀਦੀ ਹੈ। ਕਿਉਂਕਿ ਰਿਲੇਸ਼ਨਸ਼ਿਪ ਦੇ ਵਿੱਚ ਅਕਸਰ ਇਹ ਹੁੰਦਾ ਆ, ਜਿਵੇਂ ਬੀਤੇ ਕੱਲ੍ਹ ਬੜੀ ਡਿਟੇਲਡ ਬਾਤ ਪਾਈ ਸੀਗੀ ਕਿ ਫਿਜ਼ੀਕਲ ਜਿਹੜਾ ਫੈਮਿਨਨ ਜੈਂਡਰ ਆ ਉਸ ਨੂੰ ਇਸ ਤਰੀਕੇ ਨਾਲ ਯੂਜ਼ ਕੀਤਾ ਗਿਆ ਕਿ ਜਸਟ ਇੱਕ ਉਹਦਾ ਚਿਹਰਾ ਮੋਹਰਾ, ਉਹਦੀ ਫਿਜ਼ੀਕਲ ਜਿਹੜੀ ਅਟਰੈਕਸ਼ਨ ਹੈ ਉਹੀ ਸਭ ਕੁਛ ਆ। ਇਸ ਕਰਕੇ ਉਹਨੇ ਵੀ ਫੋਕਸ ਉੱਤੇ ਕਰ ਲਿਆ, ਉਹਦੇ 'ਤੇ ਉਹਨੂੰ ਹੀ ਸ਼ਿੰਗਾਰਨ ਲੱਗ ਗਈ, ਉਹਦੇ 'ਤੇ ਜ਼ੋਰ ਲਾਤਾ ਸਾਰਾ ਦਾ ਸਾਰਾ। ਗੁਰੂ ਬਾਬਾ ਜੀ ਨੇ ਬਾਤ ਇਹ ਭਾਈ ਮਹਾਰਾਜ ਬਿਆਨ ਕਰਦੇ ਕਿ ਭਾਈ ਭਉ ਸ਼ਿੰਗਾਰ, ਜਿਹੜਾ ਸਭ ਤੋਂ ਵਧੀਆ ਸ਼ਿੰਗਾਰ ਆ ਨਾ, ਉਹ ਹੈ ਭਉ, ਰੱਬ ਦਾ ਅਕਾਲ ਪੁਰਖ ਵਾਹਿਗੁਰੂ ਦਾ ਭੈ ਰੱਖਣਾ। ਫਿਰ ਤੰਬੋਲ ਰਸ, ਤੰਬੋਲ ਵੈਸੇ ਪਾਨ ਚੱਬਣ ਨੂੰ ਕਿਹਾ ਜਾਂਦਾ। ਆਪ ਨੇ ਦੇਖਿਆ ਹੋਏਗਾ ਹੋਠਾਂ ਦੀ ਲਾਲੀ ਜਿਹੜੀ ਹੈ ਇਹ ਫਿਜ਼ੀਕਲੀ ਅਟਰੈਕਸ਼ਨ ਵਿੱਚ ਬੜਾ ਵੱਡਾ ਰੋਲ ਪਲੇ ਕਰਦੀ ਹੈ। ਅੱਜ ਕੱਲ੍ਹ ਤੇ ਕਈ ਤਰ੍ਹਾਂ ਦੇ ਪ੍ਰੋਡਕਟ ਨੇ ਇਹਦੇ ਵਾਸਤੇ ਮੌਜੂਦ ਨੇ। ਜੇ ਬੀਤੇ 'ਚ ਬਾਤ ਕਰੀਏ ਤੇ ਜੋ ਕੁਝ ਦੰਦਾਸੇ ਹੁੰਦੇ ਸੀ, ਦੰਦਾਂ 'ਤੇ ਮਾਰਨ ਵਾਲੇ, ਕੁਝ ਲਾਲੀ ਹੋਠਾਂ 'ਤੇ ਪਾਉਣ ਵਾਸਤੇ, ਜਾਂ ਤੰਬੋਲ ਦਾ ਰਸ, ਤੰਬੋਲ ਜਿਹੜਾ ਸੀਗਾ ਉਹ ਲਾਲੀ ਮੂੰਹ ਦੇ ਵਿੱਚ ਉਸ ਤਰੀਕੇ ਨਾਲ ਘੋਲ ਕੇ ਤੇ ਹੋਠਾਂ ਦੇ ਉੱਤੇ ਉਸ ਰੂਪ ਵਿੱਚ ਆ ਜਾਣੀ, ਇਹਦੀ ਗੱਲ ਹੋ ਸਕਦੀ ਸੀ। ਦੂਸਰਾ ਇਹਦੇ ਵਿੱਚ ਇੱਕ ਰਸ ਵੀ ਸੀਗਾ। ਰਸ ਇਹ ਸੀਗਾ ਕਿ ਇਹਦੇ ਨਾਲ, ਕਿਉਂਕਿ ਇਹਦੇ ਅੰਦਰ ਜੇ ਦੇਖਿਆ ਜਾਏ ਤਾਂ ਉਹਦੇ ਜਿਹੜਾ ਸਬਸਟੈਂਸ ਯੂਜ਼ ਕੀਤੇ ਜਾਂਦੇ ਨੇ ਉਹ ਥੋੜ੍ਹਾ ਡੋਪਾਮਾਈਨ ਲੈਵਲ ਜਿਹੜਾ ਹੈ ਉਹ ਵਧਾ ਦਿੰਦਾ ਆ। ਸੋ ਇੱਕ ਤਰੀਕੇ ਦੀ ਜਿਹੜੀ ਮੈਂਟਲ ਐਬਿਲਿਟੀ ਹੈ ਉਹ ਥੋੜ੍ਹੀ ਉਸ ਰੂਪ ਦੇ ਵਿੱਚ ਵੱਧ ਜਾਂਦੀ, ਖੁਸ਼ਨੁਮਾ ਅਹਿਸਾਸ ਵਾਲੇ ਪਾਸੇ। ਗੁਰੂ ਬਾਬਾ ਜੀ ਨੇ ਬਾਤ ਕੀਤੀ ਇਸ ਬਾਹਰ ਦੇ ਤੰਬੋਲ ਰਸ ਪਾਨ ਵਗੈਰਾ ਨੂੰ, ਇਹਨੂੰ ਖਾਣ ਦਾ ਤਾਂ ਸਾਰਿਆਂ ਨੂੰ ਪਤਾ ਆ, ਪਰ ਜਦੋਂ ਰੂਹਾਨੀ ਤੌਰ 'ਤੇ ਅਸੀਂ ਬਾਤ ਕਰਦੇ ਹਾਂ, ਭਉ ਸ਼ਿੰਗਾਰ ਤੰਬੋਲ ਰਸ, ਇਹਦਾ ਭੋਜਨ ਕਰ। ਤੇ ਇਹਦੇ ਵਿੱਚ ਭੋਜਨ ਭਾਉ ਕਰੇ, ਭਾਵ ਜਿਹੜਾ ਇਹ ਭਾਉ ਆ ਇਹ ਕਿਸੇ ਪ੍ਰੇਮ ਵਿੱਚੋਂ ਨਿਕਲੇ, ਇਕੱਲੇ ਡਰ ਵਿੱਚੋਂ ਨਹੀਂ, ਨਿਰਮਲ ਡਰ, ਉਹਦੀ ਗੱਲ ਹੋ ਰਹੀ ਹੈ। ਇਸ ਤਰੀਕੇ ਨਾਲ ਕਹਿ ਲਵੋ, ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਨਿਰਮਲ ਭੈ ਜੀਵਨ ਵਿੱਚ ਆ ਜਾਏਗਾ ਤੇ ਬੰਦਾ ਬੜਾ ਲੋਇਲ ਹੋਏਗਾ ਟੂਵਰਡ those principles which really actually
help us to become a real human. ਜਿੱਥੇ ਹਿਊਮੈਨਿਟੀ ਵਧੇਗੀ ਉੱਥੇ ਸਪਿਰਿਚੁਅਲ ਐਸੋਸੀਏਸ਼ਨ ਵੀ ਵਧੇਗੀ ਆਪਣੇ ਆਪ। ਸੋ ਗੁਰੂ ਮਹਾਰਾਜ ਨੇ ਉਹਦੇ ਤੇ ਐਮਫਸਾਈਜ਼ ਕੀਤਾ ਇਹਦੇ 'ਚ। ਸਭ ਕਹਿੰਦੇ ਭਾਉ ਸ਼ਿੰਗਾਰ ਤੰਬੋਲ ਰਸ ਭੋਜਨ ਭਾਉ ਕਰੇ ਤਨ ਮਨ ਸੌਂਪੇ ਕੰਤ ਕੋ। ਕਿੰਨਾ ਡੈਡੀਕੇਸ਼ਨ ਹੋਏ। ਫਿਰ ਇੱਕ ਐਗਜ਼ਾਮਪਲ ਅੱਜ ਦੀ ਦੁਨੀਆ ਵਿੱਚੋਂ ਦੇ ਦਿੰਦਾ ਵਾਂ। ਅਸੀਂ ਅੱਜ ਦੀ ਦੁਨੀਆ ਵਿੱਚ ਇਹ ਦੇਖਦੇ ਹਾਂ ਕਿ ਕਾਮਨ ਲਾ ਪਾਰਟਨਰ ਸਿਸਟਮ, ਹਾਲਾਂਕਿ ਹੁਣ ਤੱਕ ਉਸ ਤੋਂ ਵੀ ਕਈ ਸਟੈਪ ਅੱਗੇ ਲੰਘ ਗਏ ਆ। ਕੌਂਟਰੈਕਟ ਮੈਰਿਜਸ ਹੁੰਦੀਆਂ ਨੇ ਇੱਥੇ, ਮਤਲਬ ਪ੍ਰੋਪਰ ਪੇਪਰ ਵਰਕ ਹੁੰਦਾ ਕਿ ਭਾਈ ਡਿਊਟੀਜ਼ ਤੈਅ ਹੁੰਦੀਆਂ ਨੇ, ਇੱਕ ਦੂਜੇ ਦੀ ਮੇਰੀ ਤਨਖਾਹ ਇਸ ਅਕਾਊਂਟ 'ਚ ਜਾਏਗੀ, ਤੇਰੀ ਤਨਖਾਹ ਇਸ ਅਕਾਊਂਟ 'ਚ ਜਾਏਗੀ, ਐਂਡ ਵੀ ਵਿਲ ਗੋ ਡੱਚ। ਜਿਹੜਾ ਖਰਚਾ ਹੋਏਗਾ ਉਹ ਇਸ ਤਰੀਕੇ ਨਾਲ ਹੋਏਗਾ, ਗਰੋਸਰੀ ਦਾ ਮੈਂ ਲੈ ਕੇ ਆਵਾਂਗਾ, ਤੂੰ ਫਲਾਣਾ ਆ ਲੈ ਕੇ। ਸੋ ਇਸ ਤਰੀਕੇ ਮਤਲਬ ਫੈਮਿਲੀ ਲਾਈਫ ਇੱਕ ਪੂਰੀਆਂ ਲਾਈਨਸ ਦੇ ਵਿੱਚ ਬੰਨ੍ਹ ਕੇ ਚਲਾਈ ਜਾਂਦੀ ਹੈ। ਉਹਦੇ ਨਾਲ ਜਿਹੜਾ ਸਮਰਪਣ ਦਾ ਪੱਖ ਆ ਉਹ ਕਿੰਨਾ ਕੁ ਆਵੇਗਾ। ਦੇਖੋ ਇਹ ਸਾਰਾ ਕਲੀਅਰ ਕਰਕੇ ਕਾਰੋਬਾਰ ਤੇ ਵਧੀਆ ਚੱਲ ਸਕਦਾ ਹੈ, ਪਰਿਵਾਰ ਨਹੀਂ ਵਧੀਆ ਚੱਲ ਸਕਦਾ। ਪਰਿਵਾਰ ਨਾਂ ਤੇ ਆ ਕੁਰਬਾਨੀ ਦਾ, ਤੇ ਇਹ ਇੱਕ ਪਾਸੜ ਵੀ ਨਹੀਂ ਹੁੰਦਾ। ਕਿਉਂਕਿ ਜਿਹੜਾ ਪਿਆਰ ਤੇ ਪਰਿਵਾਰ ਹੈ ਇਹ ਕਦੀ ਵੀ ਇੱਕ ਪਾਸੜ ਹੋ ਕੇ ਨਹੀਂ ਚੱਲ ਸਕਦਾ। ਇਹ ਤੇ ਦੁਅੱਲਾ ਆ। ਅੱਗੇ ਗੁਰੂ ਸਾਹਿਬ ਨੇ ਧੰਨ ਪੀਰ ਇਹ ਨਾ ਆਖੀਆਂ ਚੋਂ ਸਾਰਾ ਮੈਸੇਜ ਕਲੀਅਰ ਕਰ ਦੇਣਾ ਹੈ ਨਾ। when we will go there, I will try to explain everything on that side. But here as example ਕਿ ਜਿੱਥੇ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਵਾਸਤੇ ਸਮਰਪਣ ਨਹੀਂ ਹੈਗਾ, ਇੱਕ ਦੂਜੇ ਵਾਸਤੇ ਜੀਵਨ ਦੇ ਵਿੱਚ ਐਕਸਟਰਾ ਮਾਈਲ ਜਾਣ ਦੀ ਐਬਿਲਿਟੀ ਨਹੀਂ ਹੈਗੀ ਭਾਈ, ਫਿਰ ਉੱਥੇ ਸਨੇਹ ਦੀਆਂ ਤੰਦਾਂ ਨਹੀਂ ਬਚਦੀਆਂ। ਇਨ ਬਿਨ ਕਰਤਾਰ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਵੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਮਤਲਬ ਕਿਸੇ ਵੱਲ ਕੋਈ ਇੱਕ ਕਦਮ ਵਧਾਏ ਤੇ ਅਗਲਾ ਇੱਕ ਕਦਮ ਤੁਹਾਡੇ ਵੱਲ ਵਧਾ ਲੇਗਾ, ਜਾਂ ਵੱਧ ਤੋਂ ਵੱਧ ਦੋ ਵਧਾ ਲੇਗਾ। ਇੱਥੇ ਕੀ ਐਕਸਟਰਾ ਮਾਈਲ ਬਾਤ ਹੋਣ ਲੱਗੀ ਹੈ। ਇੱਥੇ ਭਾਈ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਉੱਥੇ ਕਰੋੜਾਂ ਕਦਮ ਤੁਰ ਕੇ ਅੱਗੇ ਆ ਜਾਏਗਾ। ਕਿਆ ਰਿਸ਼ਤਾ ਆ। ਐਸੀ ਜਗ੍ਹਾ ਤੇ ਪ੍ਰੀਤ ਕਿਉਂ ਨਾ ਵਧਾਈ ਜਾਏ। ਇਹੋ ਜਿਹੇ ਰੱਬ ਨੂੰ, ਇਹੋ ਜਿਹੇ ਗੁਰੂ ਨੂੰ ਕਿਉਂ ਨਾ ਆਪਣਾ ਆਪਾ ਸਮਰਪਿਤ ਕੀਤਾ ਜਾਏ। ਇਹੋ ਜਿਹੇ ਜੀਵਨ ਦੇ ਅਸੂਲਾਂ ਵਾਸਤੇ ਕਿਉਂ ਨਾ ਬੰਦਾ ਆਪਣੀ ਜਾਨ ਲੇਖੇ ਚਲਾ ਦੇਵੇ। ਇਹਦੀ ਬਾਤ ਸਾਹਿਬ ਨਾਲ ਮਹਾਰਾਜ ਨੇ ਕੀਤੀ। ਤਨ ਮਨ ਸੌਂਪੇ ਕੰਤ ਕੋ ਤੋ ਨਾਨਕ ਭੋਗ ਕਰੇ। ਨਾਨਕ, ਇਹ ਨਾਨਕ ਕਹਿ ਇਹ ਗੱਲ, ਇਹ ਹੈ ਉਹ ਰੂਹਾਨੀ ਤੱਤ ਨੂੰ ਵਿੱਚ ਜਾ ਕੇ ਭੋਗ ਨੂੰ ਮਾਨਣ ਦਾ। ਇਹ ਹੈ ਉਹ ਹਾਇਰ ਲੈਵਲ ਦੀ ਜਿਹੜੀ ਸਪਿਰਿਚੁਅਲ ਇੰਟੀਮੇਸੀ ਨੂੰ ਇੰਜੋਏ ਕਰਨ ਦਾ ਬਾਤ। ਅਦਰਵਾਈਜ਼ ਇਸ ਤਰੀਕੇ ਨਾਲ ਵੀ ਕਹਿ ਲਿਆ ਜਾਏ, ਤੁਸੀਂ ਬਹੁਤ ਸਾਰਾ ਲਿਟਰੇਚਰ ਇਹੋ ਜਿਹਾ ਬਾਣੀ 'ਚ ਪੜ੍ਹ ਲਓਗੇ, ਕਿਤੇ ਸੁਹਾਗਣ ਦੀ ਗੱਲ ਹੋਏਗੀ, ਕਿਤੇ ਮਿਲਾਪ ਦੇ ਉਸ ਲੈਵਲ ਦੀ ਬਾਤ ਹੋਏਗੀ, ਕਿਤੇ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ। ਮਤਲਬ ਹੁਣ ਇਹ ਗੱਲ ਜਿਹੜੀ ਹੈ ਜੇ ਲਿਟਰਲੀ ਲੈਵਲ ਤੇ ਦੇਖਾਂਗੇ ਤੇ ਮਹਾਰਾਜ ਬਿਆਨ ਕੀ ਕਰ ਰਹੇ ਨੇ। ਸਾਹਿਬ ਪਾਤਸ਼ਾਹ ਬਿਆਨ ਇਹ ਕਰਦੇ ਕਿ ਭਲੇ ਬੰਦੇ ਜਿਹੜੀ ਜੀਵਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਉਸ ਵਿਚਾਰਧਾਰਾ ਦੇ ਸਾਰ ਤੱਤ ਨੇ ਤੇਰੀ ਸੁਰਤ ਨੂੰ ਆ ਕੇ ਪ੍ਰਣਾਣਾ ਆ, ਉਹਦੇ ਵਿੱਚੋਂ ਜੋ ਜੀਵਨ ਦਾ ਰਸ ਕਾਇਮ ਹੋਏਗਾ ਜਾਂ ਪੈਦਾਇਸ਼ ਵਿੱਚ ਆਏਗਾ, ਉਹ ਤੈਨੂੰ ਇੰਨਾ ਵਧੀਆ ਮਿਲੇਗਾ, ਸਭ ਵਕਾਰ ਉਹਦੇ ਸਾਹਮਣੇ ਛੋਟੇ ਹੋ ਜਾਣਗੇ। ਸਭ ਤਰ੍ਹਾਂ ਦੀ ਜੀਵਨ ਦੀ ਕੋਈ ਵੀ, ਭਾਵੇਂ ਉਹ ਨਸ਼ਾ ਆ, ਭਾਵੇਂ ਕੋਈ ਹੋਰ ਸੰਸਾਰ ਦੀ ਭੋਗ ਬਿਰਤੀ ਹੈ, they don't gonna have any meaning in front of it. That is on that higher level. ਸੋ ਉਸ ਨੂੰ ਗੁਰੂ ਨਾਨਕ, ਗੁਰੂ ਅਮਰਦਾਸ ਮਹਾਰਾਜ ਬਿਆਨ ਕਰਦੇ ਕਿ ਜਦੋਂ ਇਹ ਚੀਜ਼ ਆ ਗਈ ਕਿ ਤਨ ਮਨ ਸੌਂਪੇ ਕੰਤ ਕੋ ਤੋ ਨਾਨਕ ਭੋਗ ਕਰੇ। ਅੱਗੇ ਦੋ ਸਲੋਕ ਬਿਲਕੁਲ ਇਸੇ ਸੀਕੁਐਂਸ 'ਚ ਫਿਰ ਪੌੜੀ ਹੈ ਜਿਹਦੀ ਵਿਚਾਰ ਆਉਂਦੇ ਸਮੇਂ 'ਚ ਕਰਨ ਦਾ ਯਤਨ ਹੋਏਗਾ। ਅੱਜ ਵਾਸਤੇ ਇੱਥੇ ਸਮਾਪਤੀ ਕਰਦੇ ਹਾਂ। ਆਪ ਸਮੂਹ ਸੰਗਤ ਦੇ ਚਰਨਾਂ 'ਚ ਫਿਰ ਉਹੀ ਅਰਦਾਸ ਹੈ ਕਿ ਜੋ ਬਚਨ ਕਹੇ ਜਾਂਦੇ ਨੇ, ਕਿਉਂਕਿ ਖਾਸ ਕਰਕੇ ਅਸੀਂ ਜਦੋਂ ਦੇਖਦੇ ਹਾਂ ਕਿ ਮੈਂ ਬੀਤੇ ਕੱਲ੍ਹ ਵੀ ਬਹੁਤ ਸਾਰੇ ਮੈਸੇਜ ਆਏ ਤੁਹਾਡੇ, ਬਹੁਤ ਜੋ ਹੈ ਆਪ ਜੀ ਨੇ ਐਪਰੀਸ਼ੀਏਸ਼ਨ ਵੀ ਕੀਤੀ ਉਹ ਸਭ ਕੁਛ, ਬਟ some people were saying it's hard to say Bhai Sahib as you're saying all that. Nothing is hard, because I have mentioned, don't make it taboo. Be actually clear.
I'm speaking over here. And it's Gurbani is allowing us in that level. And Gurbani is teaching us on that level. So once we are able to engage ourselves, and that's one thing is, what's our intention behind it? Do we want to just show some kind of literature clutter here, or we really want to educate ourselves properly? If we really want to educate ourselves properly, then definitely these messages are worth to explain, worth to hear, worth to follow. Thank you very much. ਫਿਰ ਉਸ ਕਿਰਸਾਨੀ ਸੰਘਰਸ਼ ਨਾਲ ਜੁੜੀ ਹੋਈ ਮਾਈ ਪਾਈ ਵਾਸਤੇ ਅਸੀਂ ਅਰਦਾਸ ਕਰਦੇ ਹਾਂ, ਉਹਨਾਂ ਦੀ ਸਫਲਤਾ ਚੜ੍ਹਦੀ ਕਲਾ ਵਾਸਤੇ। ਇੱਥੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।